सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਵੱਡ ਭਾਗੀ ਸਤ ਸੰਗੀ ਜਨੋ, ਆਪ ਵੱਡ ਭਾਗੇ ਹੋ ਜੋ ਹਰ ਰੋਜ਼ ਦੀ ਤਰ੍ਹਾਂ ਗੁਰ ਇਤਿਹਾਸ ਦੀ ਕਥਾ ਸਰਵਨ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਹੋ। ਆਪ ਜੀ ਨੇ ਇਸ ਤੋਂ ਪਹਿਲੇ ਪ੍ਰਸੰਗ ਦੇ ਵਿੱਚ ਸਰਵਨ ਕੀਤਾ ਹੈ, ਜਿਸ ਵੇਲੇ ਜਲੰਧਰ ਦਾ ਸੂਬਾ ਅਬਦੁੱਲ ਖਾਂ ਰੋਹੇਲੇ ਨਗਰ ਤੋਂ ਇੱਕ ਕੋਹ ਦੀ ਦੂਰੀ 'ਤੇ ਰਹਿ ਗਿਆ। ਇੱਥੇ ਆ ਕੇ ਇਸਨੇ ਆਪਣੀਆਂ ਫੌਜਾਂ ਨੂੰ ਰੋਕਿਆ। ਉਸ ਵੇਲੇ ਇਹਨੇ ਆਪਣੀਆਂ ਫੌਜਾਂ ਨੂੰ 8 ਹਿੱਸਿਆਂ ਦੇ ਵਿੱਚ ਵੰਡਣਾ ਕੀਤਾ। 5 ਇਹਦੀਆਂ ਫੌਜਾਂ ਦੇ ਜਥੇਦਾਰ ਸਨ, ਉਹਨਾਂ ਨੂੰ 1,000 ਸਿਪਾਹੀ ਇਸਨੇ ਦਿੱਤਾ। 2 ਇਹਦੇ ਸੁਪੁੱਤਰ ਸਨ, ਕਰੀਮ ਬਖਸ਼ ਤੇ ਰਹੀਮ ਬਖਸ਼। ਉਹਨਾਂ ਦੋਨਾਂ ਨੂੰ ਉਸ ਵੇਲੇ ਇਸ ਸੂਬੇ ਨੇ ਅਬਦੁੱਲ ਖਾਂ ਨੇ 2-2 ਹਜ਼ਾਰ ਜਿਹੜੇ ਸਨ ਉਹ ਸੂਰਮੇ ਦੇਣੇ ਕੀਤੇ ਤੇ 6,000 ਇਹਨੇ ਆਪਣੇ ਕੋਲ ਰੱਖਣੇ ਕੀਤੇ। ਫਿਰ ਇੱਕ ਦੂਤ ਜਿਹੜਾ ਸੀ ਇਸਨੇ ਭੇਜਣਾ ਕੀਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ। ਜਦੋਂ ਦੂਤ ਸਤਿਗੁਰੂ ਜੀ ਦੇ ਕੋਲ ਪਹੁੰਚਿਆ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਦੂਤ ਨੇ ਨਮਸਕਾਰ ਕੀਤੀ। ਨਮਸਕਾਰ ਕਰਕੇ ਉਸ ਵੇਲੇ ਜੋ ਕੁਝ ਇਸ ਨੂੰ ਸੂਬੇ ਨੇ ਸਿਖਾ ਕੇ ਭੇਜਣਾ ਕੀਤਾ ਸੀ ਉਹ ਸਤਿਗੁਰੂ ਜੀ ਨੂੰ ਕਹਿਣਾ ਕੀਤਾ। ਸਤਿਗੁਰੂ ਜੀ ਨੂੰ ਕਹਿਣ ਲੱਗਿਆ ਕਿ ਜੇ ਤੁਸੀਂ ਇਹ ਘੇਰੜ ਭਗਵਾਨ ਦਾਸ ਦੀ ਜ਼ਮੀਨ ਛੱਡ ਕੇ ਚਲੇ ਜਾਂਦੇ ਹੋ ਫਿਰ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਨੁਕਸਾਨ ਨਹੀਂ ਹੋਵੇਗਾ, ਕੋਈ ਲੜਾਈ ਨਹੀਂ ਹੋਵੇਗੀ, ਕੋਈ ਜੰਗ ਨਹੀਂ ਹੋਵੇਗਾ। ਤੇ ਜੇ ਇਹ ਜ਼ਮੀਨ ਨਹੀਂ ਛੱਡ ਕੇ ਜਾਵੋਗੇ ਤੇ ਫਿਰ ਵੇਖੋ ਕਿ ਜਲੰਧਰ ਦਾ ਸੂਬਾ ਜਿਹੜਾ ਉਹ ਤਕਰੀਬਨ 15,000 ਸੂਰਮੇ ਲੈ ਕੇ ਪਹੁੰਚਿਆ ਤੇ ਥੋੜ੍ਹੇ ਸਮੇਂ ਦੇ ਵਿੱਚ ਪਕੜੇ ਜਾਵੋਗੇ ਜਾਂ ਜੰਗ ਦੇ ਵਿੱਚ ਮਾਰੇ ਜਾਵੋਗੇ, ਤੁਹਾਡਾ ਬਹੁਤ ਸਾਰਾ ਨੁਕਸਾਨ ਹੋ ਜਾਵੇਗਾ। ਬਾਦਸ਼ਾਹ ਸ਼ਾਹਜਹਾਂ ਜਿਹੜਾ ਉਹ ਵੀ ਤੁਹਾਡੇ ਨਾਲ ਬੜੀ ਈਰਖਾ ਕਰਦਾ ਹੈ, ਉਹਦੇ ਨਾਲ ਤੁਹਾਡੀ ਦੁਸ਼ਮਣੀ ਹੈ। ਉਹਦਾ ਭੇਜਿਆ ਹੋਇਆ ਤੁਸੀਂ ਮੁਗਲਸ ਖਾਨ ਜਿਹੜਾ ਉਸ ਨੂੰ ਮਾਰ ਦਿੱਤਾ, 7,000 ਉਹਦੀਆਂ ਫੌਜਾਂ ਮਾਰ ਦਿੱਤੀਆਂ। ਤੇ ਉਸ ਵੇਲੇ ਫਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਦੂਤ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਜਾ ਕੇ ਅਬਦੁੱਲ ਖਾਨ ਨੂੰ ਸਮਝਾਉਣਾ ਕਰ ਕਿ ਬਾਦਸ਼ਾਹ ਸ਼ਾਹਜਹਾਂ ਤੁਹਾਡਾ ਸ਼ਾਹ ਹੋਵੇਗਾ, ਸਾਡਾ ਤੇ ਸ਼ਾਹ ਅਕਾਲ ਪੁਰਖ ਪਰਮੇਸ਼ਰ ਹੈ। ਅਸੀਂ ਕਿਸੇ ਤੋਂ ਸੰਸਾਰ ਦੇ ਵਿੱਚ ਡਰਦੇ ਨਹੀਂ, ਇੱਕ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਿਚਰਦੇ ਹਾਂ। ਬਾਕੀ ਜੰਗ ਦੀ ਗੱਲ ਰਹੀ, ਸਤਿਗੁਰੂ ਜੀ ਕਹਿਣ ਲੱਗੇ ਕਿ ਥੋੜ੍ਹੇ ਸਮੇਂ ਦੇ ਵਿੱਚ ਹੀ ਪਤਾ ਲੱਗ ਜਾਵੇਗਾ ਕਿ ਤੇਰਾ ਸੂਬਾ ਜਿਹੜਾ ਅਬਦੁੱਲ ਖਾਂ ਜੰਗ ਦੇ ਵਿੱਚ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ ਕਿ ਪਰਮੇਸ਼ਰ ਸਾਨੂੰ ਜਿੱਤ ਦੇਣੀ ਕਰਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਉਸ ਵੇਲੇ ਜਿਹੜੇ ਆਪਣੇ ਸੂਰਮੇ ਸਨ, ਕਿਸੇ ਨੂੰ 100 ਜਿਹੜੇ ਸੂਰਮੇ ਸਨ ਉਹ ਬਖਸ਼ੇ, ਕਿਸੇ ਨੂੰ 200, ਕਿਸੇ ਨੂੰ 300, ਕਿਸੇ ਨੂੰ 400। ਤੇ ਸਤਿਗੁਰੂ ਜੀ ਨੇ 3-4 ਸੂਰਮੇ ਭਾਈ ਬਿਧੀ ਚੰਦ ਤੇ ਜੋ ਪ੍ਰੋਧ ਆਦਿਕ ਸੀ ਇਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਰੱਖਣਾ ਕੀਤਾ ਹੈ। ਤੇ ਜਿਸ ਤਰ੍ਹਾਂ ਦੂਤ ਜਿਹੜਾ ਹੈ ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਅਬਦੁੱਲ ਖਾਨ ਦੇ ਕੋਲ ਜਾਂਦਾ ਹੈ ਤੇ ਅਬਦੁੱਲ ਖਾਨ ਨੂੰ ਜਾ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਾਰੇ ਦੱਸਦਾ ਹੈ ਕਿ ਸਤਿਗੁਰੂ ਜੀ ਡਰਦੇ ਨਹੀਂ, ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਭਉ ਨਹੀਂ, ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਡਰ ਨਹੀਂ, ਉਹ ਜੰਗ ਕਰਨ ਵਾਸਤੇ ਤਿਆਰ ਨੇ। ਤੇ ਜਿਸ ਤਰ੍ਹਾਂ ਫਿਰ ਜਲੰਧਰ ਦਾ ਸੂਬਾ ਆਪਣੀਆਂ ਫੌਜਾਂ ਲੈ ਕੇ ਅੱਗੇ ਵਧੇਗਾ ਤੇ ਜਿਵੇਂ ਇਹ ਰੋਹੇਲੇ ਨਗਰ ਵਾਲੀ ਜੋ ਦੂਸਰੀ ਜੰਗ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ, ਜਿਵੇਂ ਇਹ ਜੰਗ ਸ਼ੁਰੂ ਹੁੰਦਾ ਹੈ ਸੋ ਪਾਵਨ ਜਾਂ ਸਰਵਨ ਕਰਨ ਵਾਸਤੇ ਆਪਣੀਆਂ ਮਨਬਿਰਤੀਆਂ ਨੂੰ ਇਕਾਗਰ ਕਰਦਿਆਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦਿਆਂ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
सतनाम श्री वाहिगुरु साहिब जी। सुन सिर धुन गमनियो तब दूत, देखियो गुर ढिग जथा कसूत। ਕਹਿੰਦੇ ਜਿਸ ਵੇਲੇ ਅਬਦੁੱਲ ਖਾਨ ਦਾ ਭੇਜਿਆ ਹੋਇਆ ਦੂਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ ਸੁਣਦਾ ਹੈ ਨਾ, ਕਹਿੰਦੇ ਇਸ ਨੇ ਆਪਣਾ ਸਿਰ ਨੀਵਾਂ ਕੀਤਾ ਤੇ ਸਤਿਗੁਰੂ ਜੀ ਦੇ ਕੋਲੋਂ ਚਲਿਆ ਗਿਆ। ਤੇ ਜੋ ਕੁਝ ਇਹਨੇ ਸਤਿਗੁਰੂ ਜੀ ਦੇ ਕੋਲ ਵੇਖਿਆ ਕਿ ਸਤਿਗੁਰੂ ਜੀ ਜੰਗ ਕਰਨ ਵਾਸਤੇ ਤਿਆਰ ਨੇ, ਸਤਿਗੁਰੂ ਜੀ ਜੰਗ ਕਰਨ ਤੋਂ ਪਿੱਛੇ ਨਹੀਂ ਹਟਣ ਵਾਲੇ, ਇਹ ਫਿਰ ਜਿਵੇਂ ਜਾ ਕੇ ਫਿਰ ਸੂਬੇ ਨੂੰ ਇਸ ਨੇ ਦੱਸਣਾ ਕੀਤਾ। ਅਬਦੁਲ ਖਾਨ ਜਾਏ ਸਮਝਾਇਓ, ਕਹਿਓ ਨਿਰਭੈ ਜਿਨ ਤਥਾ ਅਲਾਇਓ। ਤੇ ਕਹਿੰਦੇ ਫਿਰ ਇਸ ਦੂਤ ਨੇ ਅਬਦੁਲ ਖਾਨ ਨੂੰ ਜਾ ਕੇ ਸਮਝਾਉਣਾ ਕੀਤਾ, ਜਿਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬੜੀ ਨਿਰਭੈਤਾ ਦੇ ਨਾਲ ਬਿਨਾਂ ਕਿਸੇ ਡਰ ਤੋਂ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨਾ, ਉਹ ਸਾਰੀ ਗੱਲ ਉਸ ਵੇਲੇ ਇਸ ਦੂਤ ਨੇ ਅਬਦੁਲ ਖਾਨ ਨੂੰ ਜਾ ਕੇ ਦੱਸਣੀ ਕੀਤੀ। ਸੁਪਨੇ ਭੀ ਜਿਮ ਡਰਤ ਨ ਸ਼ੇਰ, ਤਿਮ ਹੇਰਿਓ ਗੁਰ ਬਟੋ ਦਲੇਰ। ਤੇ ਅਬਦੁਲ ਖਾਨ ਨੂੰ ਕਹਿਣ ਲੱਗਿਆ, ਜਿਹੜਾ ਦੂਤ ਹੈ ਉਹ ਦੱਸਦਾ ਹੈ, ਕਹਿੰਦਾ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮੈਂ ਇਹੋ ਜਿਹਾ ਬਹਾਦਰ ਵੇਖਿਆ ਹੈ, ਕਹਿੰਦੇ ਜਿਵੇਂ ਜਿਹੜਾ ਸ਼ੇਰ ਹੈ ਉਹ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਡਰਦਾ। ਤੇ ਇਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਾਵੇਂ ਤੂੰ ਜਿੰਨੀਆਂ ਮਰਜ਼ੀ ਫੌਜਾਂ ਲੈ ਕੇ ਆਇਆ, ਸਤਿਗੁਰੂ ਜੀ ਦੇ ਕੋਲ ਫੌਜਾਂ ਥੋੜ੍ਹੀਆਂ ਨੇ, ਪਰ ਸਤਿਗੁਰੂ ਜੀ ਦੇ ਅੰਦਰ ਕਿਸੇ ਤਰ੍ਹਾਂ ਦਾ ਭੈ ਨਹੀਂ, ਕਿਸੇ ਤਰ੍ਹਾਂ ਦਾ ਸਤਿਗੁਰੂ ਜੀ ਦੇ ਅੰਦਰ ਡਰ ਨਹੀਂ। ਸਤਿਗੁਰੂ ਜੀ ਸ਼ੇਰ ਦੀ ਨਿਆਈ ਬਹਾਦਰ ਨੇ, ਉਹ ਡਰਦੇ ਨਹੀਂ, ਉਹ ਤੇ ਜੰਗ ਲੜਨ ਵਾਸਤੇ ਹਰ ਵੇਲੇ ਤਿਆਰ ਨੇ। ਸ਼ਾਹ ਆਦ ਸੂਬੇ ਉਮਰਾਏ, ਤਨਕ ਤਰਾਸ ਕਿਸ ਤੇ ਨਹਿ ਪਾਏ। ਤੇ ਫਿਰ ਦੂਤ ਦੱਸਣ ਲੱਗਿਆ ਕਿ ਭਾਵੇਂ ਸ਼ਾਹਜਹਾਂ ਦੀ ਗੱਲ ਕੀਤੀ, ਭਾਵੇਂ ਕਿਸੇ ਸੂਬੇ ਦੀ ਗੱਲ ਕੀਤੀ, ਕਹਿੰਦੇ ਸਤਿਗੁਰੂ ਜੀ ਦੇ ਅੰਦਰ ਤਨਕ ਥੋੜ੍ਹਾ ਜਿਹਾ ਵੀ ਡਰ ਨਾ ਕਿਸੇ ਸੂਬੇ ਦਾ ਤੇ ਨਾ ਹੀ ਸ਼ਾਹਜਹਾਂ ਬਾਦਸ਼ਾਹ ਤੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਡਰਦੇ ਨੇ। ਤਿਆਰ ਡਰਨ ਰਣ ਕੋ ਬਨ ਰਹਿਓ, ਡਰਤ ਨ ਕਰਤ ਨ ਸਭ ਬਿਦ ਕਹਿਓ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨਾ ਤੇ ਡਰਦੇ ਨੇ ਤੇ ਨਾ ਹੀ ਸਤਿਗੁਰੂ ਜੀ ਜੰਗ ਕਰਨ ਤੋਂ ਟਲਦੇ ਨੇ, ਉਹ ਤੇ ਨਿਰਭੈ ਨੇ, ਬਿਨਾਂ ਕਿਸੇ ਡਰ ਤੋਂ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੰਗ ਕਰਨ ਵਾਸਤੇ ਤਿਆਰ ਨੇ। ਜਦੋਂ ਇਹ ਗੱਲ ਸੂਬੇ ਨੂੰ ਇਸ ਦੂਤ ਨੇ ਜਾ ਕੇ ਦੱਸਣੀ ਕੀਤੀ, ਸੁਨ ਕਰ ਕੋਪਿਓ ਅਬਦੁਲ ਖਾਨ, ਜੰਗ ਕਰਨ ਕੋ ਭਾ ਸਵਧਾਨ। ਤੇ ਜਦੋਂ ਦੂਤ ਦੇ ਕੋਲੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਿਰਭੈਤਾ ਦੀ ਗੱਲ ਸੁਣਨੀ ਕੀਤੀ ਤੇ ਬੜੇ ਗੁੱਸੇ ਦੇ ਵਿੱਚ ਅਬਦੁਲ ਖਾਨ ਆਇਆ, ਬੜੇ ਕ੍ਰੋਧ ਦੇ ਵਿੱਚ ਆਇਆ ਤੇ ਜੰਗ ਕਰਨ ਵਾਸਤੇ ਫਿਰ ਉਸ ਵੇਲੇ ਅਬਦੁਲ ਖਾਨ ਜਿਹੜਾ ਸੀ ਇਹ ਸਾਵਧਾਨ ਹੁੰਦਾ। ਚਲਿਓ ਸਮੁਖ ਧੌਂਸੇ ਧੁੰਕਾਰੇ, ਬਾਦਤ ਅਪਰ ਬਜੇ ਧੁਨ ਭਾਰੇ। ਤੇ ਫਿਰ ਉਸੇ ਵੇਲੇ ਇਸ ਨੇ ਹੁਕਮ ਦੇ ਦਿੱਤਾ, ਨਗਾਰਿਆਂ ਦੇ ਉੱਤੇ ਚੋਭਾਂ ਲੱਗੀਆਂ ਤੇ ਜਿਹੜੇ ਇਹਦੇ ਸੂਰਮੇ ਸਨ ਉਸੇ ਵੇਲੇ ਤਿਆਰ ਬਰ ਤਿਆਰ ਹੋ ਕੇ ਅੱਗੇ ਚੱਲ ਪੈਂਦੇ ਨੇ। ਸ਼ਲਖਤ ਫੰਗਨ ਸਮੁਖ ਚਲਾਈ, ਉਠਿਓ ਧੂਮ ਰਜ ਜੁਦ ਸਮੁਦਾਈ। ਤੇ ਜਿਸ ਵੇਲੇ ਸੂਬਾ ਫੌਜਾਂ ਲੈ ਕੇ ਅੱਗੇ ਵੱਧਦਾ ਹੈ, ਸਭ ਤੋਂ ਪਹਿਲੋਂ ਇੱਕ ਵਾਰੀ ਇਹਨੇ ਇਕੱਠੀਆਂ ਬੰਦੂਕਾਂ ਦੀਆਂ ਗੋਲੀਆਂ ਚਲਾਉਣੀਆਂ ਕੀਤੀਆਂ ਤੇ ਫਿਰ ਉਸ ਤੋਂ ਬਾਅਦ ਇਹ ਅੱਗੇ ਵਧਿਆ। ਜਦੋਂ ਸੂਬੇ ਦੀਆਂ ਫੌਜਾਂ ਜਿਹੜੀਆਂ ਨੇ ਅੱਗੇ ਚੱਲਦੀਆਂ ਨੇ, ਕਹਿੰਦੇ ਉਸ ਵੇਲੇ ਇਹਨਾਂ ਦੇ ਘੋੜਿਆਂ ਦੇ ਪੈਰਾਂ ਦੇ ਨਾਲ ਆਕਾਸ਼ ਵੱਲ ਬੜੀ ਮਿੱਟੀ ਉੱਡਦੀ ਹੈ। ਸੈਨਾ ਕਿਦੋਂ ਕਡਾ ਚੜ ਆਈ, ਤੁਖੈ ਪਲੀਤੇ ਛਟਾ ਸੁਹਾਈ। ਕਹਿੰਦੇ ਫੌਜਾਂ ਕੀ ਸਨ,
ਇਸ ਤਰ੍ਹਾਂ ਸੀ ਕਿ ਜਿਵੇਂ ਕੋਈ ਘਟਾ ਚੜ੍ਹ ਕੇ ਆ ਜਾਂਦੀ ਹੈ ਆਕਾਸ਼ ਵਿੱਚ ਬੱਦਲਾਂ ਦੀ, ਤੇ ਪਲੀਤੇ ਦਿਖਾਉਂਦੇ ਨੇ ਉਸ ਵੇਲੇ ਤੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ ਤੇ ਮਾਰ ਲਓ ਦੀਆਂ ਆਵਾਜ਼ਾਂ ਇਹਦੀਆਂ ਅਬਦੁਲ ਖਾਂ ਦੀਆਂ ਫੌਜਾਂ ਦੇ ਵਿੱਚੋਂ ਆਉਂਦੀਆਂ ਨੇ। ਕਰਕਟ ਗਾਜ ਗਿਰਤ ਬਹੁ ਪਾਰੀ, ਕਾਤੁਰ ਸਰਬ ਸੁਕਚ ਡਰ ਭਾਰੀ। ਤੇ ਕਹਿੰਦੇ ਜਿਸ ਵੇਲੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ, ਨਗਾਰਿਆਂ ਦੇ ਉੱਤੇ ਚੋਭਾਂ ਲੱਗਦੀਆਂ ਨੇ, ਉਸ ਵੇਲੇ ਜਿਹੜੇ ਡਰਪੋਕ ਨੇ ਉਹ ਡਰਦੇ ਨੇ, ਉਹਨਾਂ ਦੇ ਹਿਰਦੇ ਕੰਬ ਜਾਂਦੇ ਨੇ। ਉਹ ਜੰਗ ਲੜਨ ਵਾਸਤੇ ਉਹਨਾਂ ਦਾ ਚਿੱਤ ਨਹੀਂ ਕਰਦਾ, ਉਹ ਪਿੱਛੇ ਦੌੜਨ ਦੇ ਬਾਰੇ ਸੋਚਣਾ ਕਰਦੇ ਨੇ। ਮੋਰ ਸੂਰਮਾ ਸੁਨ ਹਰ ਖਾਏ, ਗੁਲਕਾ ਜਨ ਕਰਕਾ ਵਰਖਾਏ। ਤੇ ਕਹਿੰਦੇ ਜਿਹੜੇ ਸੂਰਮੇ ਨੇ ਨਾ, ਉਹ ਤੇ ਮੋਰਾਂ ਦੀ ਨਿਆਈ ਨੇ। ਜਦੋਂ ਆਕਾਸ਼ ਦੇ ਵਿੱਚ ਬੱਦਲ ਚੜ੍ਹਦਾ ਨਾ, ਉਸ ਵੇਲੇ ਮੋਰਾਂ ਨੂੰ ਖੁਸ਼ੀ ਪ੍ਰਾਪਤ ਹੋ ਜਾਂਦੀ, ਬੜਾ ਆਨੰਦ ਪ੍ਰਾਪਤ ਹੁੰਦਾ। ਇਹ ਚੀਕਣਾ ਸ਼ੁਰੂ ਕਰ ਦਿੰਦੇ ਨੇ ਉਸ ਵੇਲੇ ਮੋਰ ਜਦੋਂ ਬੱਦਲ ਵੇਖਣਾ ਕਰਦੇ ਨੇ। ਤੇ ਕਹਿੰਦੇ ਜਿਹੜੇ ਸੂਰਮੇ ਨੇ ਉਹਨਾਂ ਦੇ ਅੰਦਰ ਚਾਉ ਚੜ੍ਹ ਜਾਂਦਾ ਜਦੋਂ ਉਹ ਵੇਖਦੇ ਨੇ ਕਿ ਹੁਣ ਜੰਗ ਕਰਨ ਦਾ ਸਮਾਂ ਆਇਆ। ਸੂਰਮੇ ਜਿਹੜੇ ਨੇ ਉਸ ਵੇਲੇ ਆਪਣੀ ਬਹਾਦਰੀ ਵਿਖਾਉਣ ਵਾਸਤੇ ਤਿਆਰ ਬਰ ਤਿਆਰ ਹੋ ਜਾਇਆ ਕਰਦੇ ਨੇ। ਸ੍ਰੀ ਗੁਰ ਤੀਰ ਸਮੀਰ ਬਹੇ ਬਿਨ, ਤਿਸੀ ਰੀਤ ਦੀਖਤ ਹੈ ਬਨ ਠਨ। ਕਹਿੰਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਇਹ ਕਹਿੰਦੇ ਬਨ ਠਨ ਕੇ ਕਿਉਂ ਨਜ਼ਰ ਆਉਂਦੇ ਨੇ। ਕਹਿੰਦੇ ਜੋ ਹਵਾ ਇਹਨਾਂ ਹਨੇਰੀ ਉਹ ਚੱਲੀ ਨਹੀਂ। ਅਜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਤੀਰ ਨਹੀਂ ਚਲਾਏ, ਜਿਸ ਕਾਰਨ ਕਰਕੇ ਇਹ ਅੱਗੇ ਖਲੋਤੇ ਨਜ਼ਰ ਆਉਂਦੇ ਨੇ, ਜਿਸ ਕਾਰਨ ਕਰਕੇ ਇਹ ਤੁਰਕਾਂ ਦੀਆਂ ਫੌਜਾਂ ਨਜ਼ਰ ਆਉਂਦੀਆਂ ਨੇ। ਦੋਹਰਾ ਸ਼੍ਰੀ ਹਰਗੋਬਿੰਦ ਜੀ ਮਹਾ ਧੀਰ ਬਲਬੀਰ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬੜੇ ਬਹਾਦਰ ਨੇ ਤੇ ਸਤਿਗੁਰੂ ਜੀ ਬੜੇ ਧੀਰਜ ਦੇ ਨਾਲ ਇਹਨਾਂ ਦੀ ਮੁਕਾਬਲਾ ਕਰਨ ਵਾਸਤੇ ਤਿਆਰ ਹੋਏ ਨੇ। ਭਏ ਅਰੁਟਨ ਤੁਰੰਗ ਪਰ, ਲਸ਼ਕਰ ਪਿਖਿਓ ਅਬੀਰ। ਤੇ ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੇਖਿਆ ਕਿ ਅਬਦੁਲ ਖਾਂ ਫੌਜਾਂ ਲੈ ਕੇ ਅੱਗੋਂ ਤੁਰਿਆ ਆਉਂਦਾ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਘੋੜੇ 'ਤੇ ਅਸਵਾਰ ਹੋਏ। ਤੇ ਸਤਿਗੁਰੂ ਜੀ ਕੀ ਵੇਖਦੇ ਨੇ ਕਿ ਬੇਅੰਤ ਫੌਜਾਂ ਜਿਹੜੀਆਂ ਨੇ ਅੱਗੋਂ ਸਾਹਮਣੇ ਤੋਂ ਤੁਰੀਆਂ ਆਉਂਦੀਆਂ ਨੇ। ਚੌਪਈ ਟੋਲ ਅਸ਼ਟ ਜਿਨ ਬੰਧਨ ਕਰੇ, ਕੁਛ ਬਾਵੇਂ ਕੁਛ ਦਾਏ ਧਰੇ। ਤੇ ਅਬਦੁਲ ਖਾਨ ਨੇ ਆਪਣੀਆਂ ਫੌਜਾਂ ਦੇ 8 ਟੋਲੇ ਬਣਾਉਣੇ ਕੀਤੇ ਸਨ, ਕੁਛ ਬਾहें ਕੁਛ ਦਾएं, ਕੁਛ ਸੱਬੇ ਤੇ ਕੁਛ ਸੱਜੇ। ਉਸ ਵੇਲੇ ਜਿਹੜੀਆਂ ਫੌਜਾਂ ਸਨ ਅਬਦੁਲ ਖਾਨ ਦੇ ਕੁਛ ਸੱਜੇ ਪਾਸੇ ਸਨ ਤੇ ਕੁਛ ਖੱਬੇ ਪਾਸੇ ਸਨ। ਆਗੇ ਅਰ ਪਾਛੇ ਨਿਜ ਕੀਨ, ਆਪ ਬੀਚ ਆਵਤ ਬਲ ਪੀਨ। ਤੇ ਅਬਦੁਲ ਖਾਨ ਨੇ ਕੁਛ ਸੂਰਮੇ ਆਪਣੇ ਅੱਗੇ ਕੀਤੇ, ਕੁਛ ਪਿੱਛੇ ਕਰਨੇ ਕੀਤੇ। ਆਪ ਬੜੇ ਬਲ ਦੇ ਨਾਲ, ਬੜੀ ਤਾਕਤ ਦੇ ਨਾਲ ਇਹਨਾਂ ਸਾਰਿਆਂ ਦੇ ਵਿਚਕਾਰ ਘੋੜੇ 'ਤੇ ਅਸਵਾਰ ਹੋ ਕੇ ਆਉਂਦਾ। ਤਿਮ ਟੋਲਨ ਕੇ ਆਗੇ ਟੋਲ, ਕਰੇ ਆਪਨੇ ਸਤਿਗੁਰ ਬੋਲ। ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਆਪਣੀਆਂ ਫੌਜਾਂ ਨੂੰ 8 ਹਿੱਸਿਆਂ ਦੇ ਵਿੱਚ ਵੰਡਣਾ ਕੀਤਾ ਸੀ। ਤੇ ਸਤਿਗੁਰੂ ਜੀ ਵੀ ਇਸੇ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਤੇ ਫੌਜਾਂ ਨੂੰ ਨਾਲ ਲੈ ਕੇ ਅੱਗੇ ਵਧਦੇ ਨੇ। ਡੇਰਾ ਤਜੀਏ ਕਰੋ ਵਿਚਾਰੀ, ਸ਼ਲਕ ਪ੍ਰਹਾਰ ਹੋ ਅਗਾਰੀ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸ ਵੇਲੇ ਆਪਣੇ ਜਿਹੜੇ ਸਿੱਖ ਸਨ ਉਹਨਾਂ ਨੂੰ ਸਮਝਾਇਆ। ਕਹਿਣ ਲੱਗੇ ਕਿ ਆਪਣਾ ਡੇਰਾ ਛੱਡ ਕੇ ਕੁਛ ਅੱਗੇ ਵਧਣਾ ਕਰੀਏ ਤੇ ਇੱਕ ਵਾਰੀ ਇਕੱਠੀਆਂ ਬੰਦੂਕਾਂ ਦੀਆਂ ਗੋਲੀਆਂ ਚਲਾਉਣੀਆਂ ਕਰੀਏ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਸਤਿਗੁਰੂ ਜੀ ਦੇ ਸੂਰਮੇ ਜਿਹੜੇ ਨੇ ਉਹ ਵੀ ਸੁਚੇਤ ਨੇ, ਉਹ ਲੜਨ ਵਾਸਤੇ ਤਿਆਰ ਨੇ। ਨਿਜ ਨਿਜ ਟੋਲ ਵਿਖੈ ਫਿਰ ਰਹੀ ਹੈ, ਵਦ ਬਹੁ ਆਗੇ ਹਤਨ ਨ ਕਹੀ ਹੈ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸ ਵੇਲੇ ਸਿੱਖਿਆ ਦਿੱਤੀ, ਇਹਨਾਂ ਨੂੰ ਸਮਝਾਉਣਾ ਕੀਤਾ। ਸਤਿਗੁਰੂ ਜੀ ਕਹਿਣ ਲੱਗੇ ਕਿ ਆਪਣੇ ਆਪਣੇ ਟੋਲੇ ਦੇ ਵਿੱਚ
ਜਿਹੜਾ ਤੁਹਾਡਾ ਜਥੇਦਾਰ ਹੈ ਉਹਦੇ ਨਾਲ ਹੀ ਤੁਸੀਂ ਰਹਿਣਾ ਕਰੋ ਤੇ ਬਹੁਤਾ ਅੱਗੇ ਵੱਧ ਕੇ ਇਹਨਾਂ ਤੁਰਕਾਂ ਦੇ ਨਾਲ ਜੰਗ ਨਾ ਲੜਨਾ ਕਰੋ। ਜਦੋਂ ਇਹ ਅੱਗੇ ਵੱਧ ਕੇ ਆਉਣਗੇ ਫਿਰ ਇਹਨਾਂ ਦੇ ਨਾਲ ਜੰਗ ਕਰਨਾ ਕਰੋ। ਸੈਨਾਪਤ ਸਭ ਕੋ ਸਮਝਾਏ, ਆਗੇ ਚਲੇ ਸੂਰ ਉਮੜਾਏ। ਤੇ ਸਤਿਗੁਰੂ ਜੀ ਨੇ ਜਿਹੜੇ ਸੈਨਾਪਤੀ ਸਨ ਉਹਨਾਂ ਨੂੰ ਸਮਝਾ ਦਿੱਤਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੂਰਮੇ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਜਿਸ ਵੇਲੇ ਥੋੜ੍ਹੇ ਅੱਗੇ ਵਧੇ ਨੇ, श्री गुरु सब के बीच विराजै, मन हो सुरन में सुरपत छाजै। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸਭ ਸੂਰਮਿਆਂ ਦੇ ਵਿੱਚ ਨੇ ਤੇ ਸਤਿਗੁਰੂ ਜੀ ਇਸ ਤਰ੍ਹਾਂ ਲੱਗਦੇ ਨੇ, ਕਹਿੰਦੇ ਜਿਵੇਂ ਇੰਦਰ ਜਿਹੜਾ ਨਾ ਉਹ ਸਾਰੇ ਦੇਵਤਿਆਂ ਦੇ ਵਿੱਚ ਬੈਠਾ ਹੋਵੇ, ਸਭਾ ਲਗਾਈ ਹੋਵੇ, ਇਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਉਸ ਵੇਲੇ ਸ਼ੋਭਾ ਹੈ। कै जाद में हर गोविंद, तिम सिखन में हर गोविंद। ਕਹਿੰਦੇ ਜਾਂ ਜਿਹੜੇ ਜਾਦਵ ਨੇ ਉਹਨਾਂ ਦੇ ਵਿੱਚ ਬੈਠੇ ਹੋਣ ਸ਼੍ਰੀ ਕ੍ਰਿਸ਼ਨ ਜੀ, ਇਸੇ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਪਿਆਰ ਵਾਲੇ ਸਿੱਖਾਂ ਦੇ ਵਿੱਚ ਖਲੋਤੇ ਹੋਏ ਸ਼ੋਭਾ ਦਿੰਦੇ ਨੇ। ਧਨੁਖ ਕਠੋਰ ਹਾਥ ਮੈਂ ਧਾਰਾ, ਕੋਨੇ ਐਂਚ ਸਕੈ ਬਲ ਭਾਰਾ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜਾ ਤੀਰ ਕਮਾਨ ਸੀ ਬੜਾ ਕਠੋਰ ਸੀ, ਜੋ ਸਤਿਗੁਰੂ ਜੀ ਨੇ ਆਪਣੇ ਕਰ ਕਮਲਾਂ ਦੇ ਵਿੱਚ ਧਾਰਨ ਕੀਤਾ ਹੈ, ਇਹੋ ਜਿਹਾ ਕਠੋਰ ਸੀ, ਕਹਿੰਦੇ ਇਹਦੀ ਤੰਦੀ ਹਰੇਕ ਮਨੁੱਖ ਨਹੀਂ ਸੀ ਘਿਸ ਸਕਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਦੀ ਤੰਦੀ ਦੇ ਉੱਤੇ ਰੱਖ ਕੇ ਤੀਰ ਖਿੱਚ ਕੇ ਤੇ ਚਲਾ ਸਕਦੇ ਸਨ। ਕਿਸੇ ਵਿੱਚ ਤਾਕਤ ਨਹੀਂ ਸੀ ਕਿ ਇਸ ਤੀਰ ਦੀ ਤੰਦੀ ਨੂੰ ਖਿੱਚ ਸਕੇ। तीछन पीछन ईछन देख, खपरे तक्ष भरियो शेख। ਤੇ ਕਹਿੰਦੇ ਇੱਕ ਬੜੇ ਤਿੱਖੇ ਖੱਪਰੇ ਜਿਹੜੇ ਤੀਰ ਸਨ, ਉਹਨਾਂ ਦਾ ਪੱਥਾ ਜਿਹੜਾ ਸੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਰਨਾ ਕੀਤਾ। ਅਪਰ ਨਿਖੰਗ ਸੰਗ ਉਚਵਾਏ, ਜਬ ਚਾਹੀਏ ਲੈ ਤੁਰਤ ਚਲਾਏ। ਤੇ ਸਤਿਗੁਰੂ ਜੀ ਨੇ ਕੁਛ ਤੀਰ ਜਿਹੜੇ ਸਨ ਗੁਰਸਿੱਖਾਂ ਨੂੰ ਉਚਵਾਉਣੇ ਕੀਤੇ ਤੇ ਇਸ ਕਰਕੇ ਉਚਵਾ ਕੇ ਨਾਲ ਲਿਜਾਣੇ ਕੀਤੇ ਕਿ ਜਦੋਂ ਜ਼ਰੂਰਤ ਪਵੇ ਤੀਰਾਂ ਦੀ ਤੇ ਉਸ ਵੇਲੇ ਫਿਰ ਇਹ ਤੀਰ ਵੀ ਵਰਤੇ ਜਾਣ। ਸ਼੍ਰੀ ਕਰਤਾਰਪੁਰੇ ਕਰਵਾਏ, ਸਿੱਖਿਆ ਕੋ ਦੇ ਦੇ ਕਰਵਾਏ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹ ਜਿਹੜੇ ਤੀਰ ਸਨ ਇਹ ਕਰਤਾਰਪੁਰ ਨਗਰ ਦੇ ਵਿੱਚ ਤਿਆਰ ਕਰਵਾਉਣੇ ਕੀਤੇ ਸਨ। ਜਿਹੜੇ ਛਿਗਲੀ ਗੱਲ ਇਹਨਾਂ ਤੀਰਾਂ ਨੂੰ ਤਿਆਰ ਕਰਦੇ ਸਨ ਉਹਨਾਂ ਨੂੰ ਸਤਿਗੁਰੂ ਜੀ ਨੇ ਸਿੱਖਿਆ ਦੇ ਕੇ ਸਮਝਾ ਕੇ ਤੇ ਫਿਰ ਇਹ ਤੀਰ ਜਿਹੜੇ ਸਨ ਤਿਆਰ ਕਰਵਾਉਣੇ ਕੀਤੇ ਸਨ। ਸਿਪਰ ਵਿਸਾਲ ਧਰੀ ਪੁਜ ਮੂਲ, ਸਵਾ ਪਾਂਚ ਸਿਰ ਕੇ ਜਿਸ ਫੂਲ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਢਾਲ ਜਿਹੜੀ ਸੀ ਜੋ ਸਤਿਗੁਰੂ ਜੀ ਨੇ ਆਪਣੇ ਮੋਢਿਆਂ ਦੇ ਉੱਤੇ ਰੱਖਣੀ ਕੀਤੀ ਤੇ ਉਹ ਢਾਲ ਦੇ ਉੱਤੇ ਜਿਹੜੇ ਫੁੱਲ ਲੱਗੇ ਸਨ, ਕਹਿੰਦੇ ਉਹ ਫੁੱਲਾਂ ਦਾ ਵਜ਼ਨ ਜਿਹੜਾ ਸੀ ਤਕਰੀਬਨ ਸਵਾ 5 ਸੇਰ ਦੇ ਉਹ ਫੁੱਲ ਫੁੱਲੀ ਸਨ, ਜਿਹੜੀ ਢਾਲ ਸਤਿਗੁਰੂ ਜੀ ਨੇ ਕੰਧੇ ਤੇ ਲਾਉਣੀ ਕੀਤੀ ਸੀ। ਖੜਗ ਕੇ ਖੇਤ ਕਰ ਬਾਮੇ ਧਰਨੀ, ਪਦ ਸੋਂ ਪਾਂਦਨ ਰਿਪਤੇ ਜਰਨੀ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤਲਵਾਰ ਜਿਹੜੀ ਸੀ ਉਹ ਖੱਬੇ ਪਾਸੇ ਆਪਣੇ ਰੱਖਣੀ ਕੀਤੀ। ਗਾਤਰੇ ਦੇ ਵਿੱਚ ਸਤਿਗੁਰੂ ਜੀ ਨੇ ਤਲਵਾਰ ਧਾਰਨ ਕਰਨੀ ਕੀਤੀ। ਚੰਦਰਹਾਸ ਚੌਰਾ ਖਰ ਧਾਰਾ, ਦੀਰਘ ਹੁਤੋ ਦਿਪਟ ਗਰ ਧਾਰਾ। ਤੇ ਕਹਿੰਦੇ ਇੱਕ ਚੰਦਰਹਾਸ ਭਾਵੇਂ ਖੰਡਾ ਸੀ ਭਾਵੇਂ ਤਲਵਾਰ ਸੀ, ਕਹਿੰਦੇ ਉਹ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਦੂਸਰੇ ਪਾਸੇ ਗਲੇ ਦੇ ਵਿੱਚ ਧਾਰਨ ਕਰਨਾ ਕੀਤਾ। ਏਕ ਹੱਥ ਮੈਂ ਬਾਗ ਉਠਾਏ, ਦੁਸ਼ਮਨ ਦਲ ਦਿਸ਼ ਦ੍ਰਿਸ਼ਟ ਚਲਾਏ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਹੱਥ ਦੇ ਵਿੱਚ ਘੋੜੇ ਦੀਆਂ ਵਾਗਾਂ ਪਕੜੀਆਂ ਨੇ ਤੇ ਇੱਕ ਹੱਥ ਦੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹ ਤੀਰ ਕਮਾਨ ਪਕੜਨਾ ਕੀਤਾ। ਜੱਟੂ ਗਇਓ ਸੈਨ ਲੈ ਸੰਗ, ਤੁਬਕ ਪ੍ਰਹਾਰਤ ਛੇਰਿਓ ਜੰਗ। ਤੇ ਭਾਈ ਜੱਟੂ ਜਿਹੜਾ ਸੀ ਉਹ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਫੌਜਾਂ ਲੈ ਕੇ ਗਿਆ ਤੇ
ਤੇ ਇਹਨੇ ਬੰਦੂਕਾਂ ਦੀਆਂ ਗੋਲੀਆਂ ਚਲਾ ਕੇ ਤੁਰਕਾਂ ਦੇ ਨਾਲ ਜੰਗ ਜਿਹੜਾ ਸੀ ਸ਼ੁਰੂ ਕਰ ਦਿੱਤਾ। ਠਹਾ ਠਹੀ ਬੰਦੂਕਨ ਹੋਈ, ਫੇਰਤ ਹੈ ਵੱਡ ਜੋਧਾ ਜੋਈ। ਤੇ ਜਿਹੜੇ ਸੂਰਮੇ ਸਨ ਉਹ ਘੋੜਿਆਂ ਨੂੰ ਇੱਧਰ ਉੱਧਰ ਫੇਰਦੇ ਨੇ ਤੇ ਉਸ ਵੇਲੇ ਬੰਦੂਕਾਂ ਦੀ ਠਾਠੂਈ ਜਿਹੜੀ ਸੀ ਜੰਗ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਨਿਕਸ ਗੋਲ ਤੇ ਲਲਤ ਅਗਾਰੀ, ਤੁਰੰਗ ਤਵਾਏ ਤੁਫੰਗ ਪ੍ਰਹਾਰੀ। ਤੇ ਸੂਰਮੇ ਜਿਹੜੇ ਨੇ ਆਪਣੇ ਦਲ ਦੇ ਵਿੱਚੋਂ ਨਿਕਲਦੇ ਨੇ, ਬੰਦੂਕਾਂ ਦੀਆਂ ਗੋਲੀਆਂ ਚਲਾਉਂਦੇ ਨੇ ਤੇ ਆਵਾਜ਼ਾਂ ਦਿੰਦੇ ਨੇ, ਮਾਰ ਲਓ ਦੀਆਂ ਆਵਾਜ਼ਾਂ ਕਰਦੇ ਹੋਏ ਅੱਗੇ ਵੱਧਦੇ ਜਾਂਦੇ ਨੇ। ਜੱਟੂ ਕਰਿਓ ਨੇਰ ਦਿਸ ਕਾਲਾ, ਲਾਗਤ ਗੁਲਕਾਨ ਹਿਰਦੇ ਨਿਰਾਲਾ। ਤੇ ਜਿਸ ਵੇਲੇ ਕਹਿੰਦੇ ਜੱਟੂ ਜਿਹੜਾ ਸੀ ਨਾ ਉਹ ਅੱਗੇ ਵਧਿਆ ਤੇ ਉਸ ਵੇਲੇ ਇਹਨੇ ਬਹੁਤ ਬੰਦੂਕਾਂ ਦੀਆਂ ਗੋਲੀਆਂ ਜਿਹੜੀਆਂ ਸਨ ਚਲਾਉਣੀਆਂ ਕੀਤੀਆਂ। ਪਾਧੜੀ ਛੰਦ ਬਹੁ ਵਧਿਓ ਅਧਿਕ ਜੱਟੂ ਸੁਬੀਰ, ਤਹਿ ਦੇਖ ਮੁਹੰਮਦ ਖਾਨ ਧੀਰ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇਹ ਸਿੱਖ ਜਿਹੜਾ ਸੀ ਭਾਈ ਜੱਟੂ, ਕਹਿੰਦੇ ਵੱਧ ਕੇ ਬਹੁਤ ਜਦੋਂ ਅੱਗੇ ਚਲਿਆ ਗਿਆ ਨਾ ਤੇ ਉਸ ਵੇਲੇ ਜਿਹੜਾ ਖਾਨ ਮੁਹੰਮਦ ਸੀ ਜਿਹਨੇ 1000 ਫੌਜ ਅਬਦੁੱਲ ਖਾਨ ਦੇ ਕੋਲੋਂ ਲੈਣੀ ਕੀਤੀ ਸੀ, ਇਹਦੀਆਂ ਫੌਜਾਂ ਦਾ ਜਥੇਦਾਰ ਸੀ। ਕਹਿੰਦੇ ਉਸਨੇ ਜਦੋਂ ਵੇਖਣਾ ਕੀਤਾ ਕਿ ਭਾਈ ਜੱਟੂ ਬਹੁਤ ਅੱਗੇ ਵਧਦਾ ਜਾਂਦਾ ਹੈ, ਲੈ ਸੰਗ ਸਹਸਰੇ ਅਗਰ ਚਾਲ, ਤਿਆਗੰਤ ਤੁਪਕ ਨਾਥ ਕਰਾਲ। ਤੇ ਉਸ ਵੇਲੇ ਇਹਨੇ 1000 ਜਿਹੜਾ ਸੂਰਮਾ ਸੀ ਨਾ ਮੁਹੰਮਦ ਖਾਨ ਨੇ ਆਪਣੇ ਨਾਲ ਲੈਣਾ ਕੀਤਾ। ਤੇ ਉਸ ਵੇਲੇ ਇਹ ਬੰਦੂਕਾਂ ਦੀਆਂ ਗੋਲੀਆਂ ਚਲਾਉਂਦਾ ਹੋਇਆ ਅੱਗੇ ਵੱਧਦਾ ਆਉਂਦਾ ਹੈ। ਲਗ ਬੇਤੇ ਸੁਭਾਟੇ ਘਾਇਲ ਕੁਮੰਤ, ਕਰ ਮਾਰ ਮਾਰ ਉਪਰ ਪਰੰਤ। ਤੇ ਕਹਿੰਦੇ ਉਸ ਲਈ ਮਾਰ ਲਓ ਕਹਿੰਦੇ ਅੱਗੇ ਅੱਗੇ ਸੂਰਮੇ ਵੱਧਦੇ ਜਾਂਦੇ ਨੇ। ਜਿਨ੍ਹਾਂ ਸੂਰਮਿਆਂ ਨੂੰ ਬੰਦੂਕਾਂ ਦੀਆਂ ਗੋਲੀਆਂ ਲੱਗਦੀਆਂ ਨੇ ਉਹ ਘੁੰਮਦੇ ਹੋਏ ਧਰਤੀ ਤੇ ਡਿੱਗਦੇ ਨਜ਼ਰ ਆਉਂਦੇ ਨੇ। ਕੁਛ ਢਰਿਓ ਭਾਨ ਤਬ ਦਿਓ ਸਮਧ, ਭੇਰ ਪਰੇ ਸੂਰਜੈ ਜੀਤ ਜੁਦ। ਜਿਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਅਬਦੁੱਲ ਖਾਨ ਜੋ ਜਲੰਧਰ ਦਾ ਸੂਬਾ ਸੀ, ਇਹਨਾਂ ਦਾ ਜੰਗ ਸ਼ੁਰੂ ਹੋਇਆ ਹੈ। ਕਹਿੰਦੇ ਉਸ ਵੇਲੇ ਦਿਨ ਜਿਹੜਾ ਸੀ ਢਲ ਗਿਆ, ਦੁਪਹਿਰਾ ਜਿਹੜਾ ਸੀ ਉਹ ਖਤਮ ਹੋ ਗਿਆ। ਦੁਪਹਿਰੇ ਤੋਂ ਬਾਅਦ ਦੇ ਵਿੱਚ ਇਹ ਜੰਗ ਜਿਹੜਾ ਸੀ ਸਤਿਗੁਰੂ ਜੀ ਨੇ ਪ੍ਰਾਰੰਭ ਕਰਨਾ ਕੀਤਾ। ਬਾਡੇ ਉਠਿਓ ਧੂਮ ਲਿਆ ਗਗਨ ਛਾਏ, ਰਜ ਚੜਿਓ ਰਵ ਨੇ ਦਿਖਾਏ। ਉਸ ਵੇਲੇ ਇੰਨੀ ਧੂੜ ਉੱਡੀ, ਇਹਨਾਂ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਧੂੰਆਂ ਹੋਇਆ। ਕਹਿੰਦੇ ਸੂਰਜ ਜਿਹੜਾ ਉਹ ਟਕਿਆ ਜਾਂਦਾ ਹੈ, ਸੂਰਜ ਨਜ਼ਰ ਨਹੀਂ ਆਉਂਦਾ ਤੇ ਸਾਰੇ ਪਾਸੇ ਉਸ ਵੇਲੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਭਟ ਭਿਰੇ ਢੇਰ ਲਲਕਾਰ ਬੋਲ, ਇਹ ਜੋਤ ਤਵਾਏ ਪਰ ਗਿਰਤ ਡੋਲ। ਤੇ ਸੂਰਮੇ ਆਪਣੇ ਘੋੜਿਆਂ ਨੂੰ ਇੱਧਰ ਉੱਧਰ ਧਵਾਉਂਦੇ ਨੇ, ਇੱਧਰ ਉੱਧਰ ਦੜਾਉਂਦੇ ਨੇ ਤੇ ਮਾਰ ਲਓ ਕਰਦੇ ਅੱਗੇ ਵੱਧਦੇ ਨੇ। ਤੇ ਕੁਝ ਸੂਰਮੇ ਜਿਨ੍ਹਾਂ ਨੂੰ ਗੋਲੀਆਂ ਅਦਕ ਲੱਗਦੀਆਂ ਨੇ, ਤੀਰ ਲੱਗਦੇ ਨੇ, ਉਹ ਧਰਤੀ ਤੇ ਡਿੱਗਦੇ ਹੋਏ ਨਜ਼ਰ ਆਉਂਦੇ ਨੇ। ਮਿਲ ਗਏ ਸੂਰਮ ਆਪ ਮਾਹੇ, ਵੈ ਨਦੀ ਬਹਿਤ ਇਕ ਥਾਨ ਜਾਹੇ। ਕਹਿੰਦੇ ਜਿਸ ਤਰ੍ਹਾਂ ਕੋਈ ਨਦੀ ਵਗਦੀ ਹੋਵੇ ਨਾ ਤੇ ਨਦੀ ਦਾ ਪਾਣੀ ਇੱਕ ਥਾਂ ਤੇ ਜਾ ਕੇ ਰੁਕ ਜਾਵੇ, ਇਸੇ ਤਰ੍ਹਾਂ ਸੂਰਮੇ ਜਦੋਂ ਇੱਕ ਦੂਜੇ ਨੂੰ ਮਿਲੇ, ਅੱਗੋਂ ਸੂਰਮਿਆਂ ਦਾ ਮੁਕਾਬਲਾ ਹੋਇਆ। ਇੱਧਰ ਸਤਿਗੁਰੂ ਜੀ ਦੇ ਸੂਰਮੇ, ਉੱਧਰੋਂ ਇਹ ਜਿਹੜਾ ਅਬਦੁੱਲ ਖਾਨ ਸੀ ਇਹਦੇ ਸੂਰਮੇ, ਕਹਿੰਦੇ ਇੱਕ ਥਾਂ ਤੇ ਰੁਕ ਜਾਂਦੇ ਨੇ, ਇਕੱਠੇ ਹੋ ਜਾਂਦੇ ਨੇ ਜਦੋਂ ਇਹ ਜੰਗ ਕਰਨ ਲੱਗਦੇ ਨੇ। ਤੁਰਕਾਨ ਸੋਨ ਉਮੜੀ ਵਿਸਾਲ, ਗੁਲਕਾਨ ਮਾਰ ਗੇਰੇ ਉਤਾਲ। ਤੇ ਕਹਿੰਦੇ ਫਿਰ ਉਸ ਵੇਲੇ ਤੁਰਕਾਂ ਦੀਆਂ ਫੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਹਨਾਂ ਨੇ ਉਸ ਵੇਲੇ ਬਹੁਤ ਬੰਦੂਕਾਂ ਦੀਆਂ ਗੋਲੀਆਂ ਦੀ ਮਾਰ ਮਾਰਨੀ ਕੀਤੀ। ਜੱਟੂ ਪ੍ਰਚੰਡ ਕੋ ਘੇਰ ਲੀਨ, ਤੁਰੰਗਨ ਦਵਾਏ ਆਗੇ ਸੁਕੀਨ। ਤੇ ਭਾਈ ਜੱਟੂ ਨੂੰ ਕਹਿੰਦੇ ਉਸ ਵੇਲੇ ਇਹਨਾਂ ਤੁਰਕਾਂ ਨੇ ਘੇਰ ਲਿਆ। ਆਪਣੇ ਘੋੜੇ ਲਿਆ ਕੇ ਤੇ ਅੱਗੋਂ ਦੀ ਜੱਟੂ ਨੂੰ ਜਦੋਂ ਘੇਰਨਾ ਕੀਤਾ, ਵੱਧ ਗਏ ਬਹੁਤ ਕਰ ਮਾਰ ਮਾਰ, ਕੋਈ ਨਿਕਟ ਜਾਏ ਤੁਪਕਨ ਪ੍ਰਹਾਰ। ਤੇ ਕਹਿੰਦੇ ਸੂਰਮੇ ਜਿਹੜੇ ਸਨ ਵੱਧ ਗਏ,
ਸੂਰਮੇ ਨੇੜੇ ਨੇੜੇ ਹੋ ਗਏ, ਕਹਿੰਦੇ ਫਿਰ ਵੀ ਬੰਦੂਕਾਂ ਦੀਆਂ ਗੋਲੀਆਂ ਚਲਾਉਂਦੇ ਨੇ ਤੇ ਮਾਰ ਲਓ ਦੀਆਂ ਆਵਾਜ਼ਾਂ ਆਉਂਦੀਆਂ ਨੇ। ਤਬ ਕਹਿਓ ਮੁਹੰਮਦ ਖਾਨ ਦੇਖ, ਇਨ ਲਿਹੋ ਅਬ ਥਕ ਕਰ ਜੇ ਅਸ਼ੇਖ। ਤੇ ਕਹਿੰਦੇ ਉਸ ਵੇਲੇ ਜਿਹੜਾ ਮੁਹੰਮਦ ਖਾਨ ਸੀ ਨਾ, ਇਹ ਗੱਲ ਕਹਿਣ ਲੱਗਿਆ ਭਾਈ ਜੱਟੂ ਵੱਲ ਵੇਖ ਕੇ ਕਿ ਜਿਹੜਾ ਇਹ ਬੜੀ ਬਹਾਦਰੀ ਦੇ ਨਾਲ ਲੜਦਾ ਹੈ ਤੇ ਲੜਨ ਲੱਗਿਆਂ ਡਰਦਾ ਨਹੀਂ, ਕਿਸੇ ਦਾ ਭੈ ਨਹੀਂ ਇਹਦੇ ਅੰਦਰ। ਕਹਿਣ ਲੱਗੇ ਕਿ ਇਹਨੂੰ ਇੱਕ ਪਾਸੇ ਕਰਕੇ ਤੇ ਇਹਨੂੰ ਖਤਮ ਕਰਨਾ ਕਰੋ। ਭਟ ਅਗਰ ਰੋਕ ਬੋ ਸਾਵਧਾਨ, ਇੱਕ ਬਾਰ ਪਰੋ ਸਭ ਕਰਹੁ ਹਾਰ। ਤੇ ਮੁਹੰਮਦ ਖਾਂ ਕਹਿਣ ਲੱਗਿਆ ਕਿ ਸਤਿਗੁਰੂ ਜੀ ਦੇ ਕੋਲ ਜ਼ਿਆਦੇ ਸੂਰਮੇ ਨਹੀਂ, ਜ਼ਿਆਦੀਆਂ ਫੌਜਾਂ ਨਹੀਂ, ਇੱਕੋ ਵਾਰੀ ਹਮਲਾ ਕਰੋ ਤੇ ਸਤਿਗੁਰੂ ਜੀ ਦੇ ਸੂਰਮਿਆਂ ਨੂੰ ਘੇਰ ਲਵੋ ਤੇ ਇਹਨਾਂ ਨੂੰ ਖਤਮ ਕਰਨਾ ਕਰੋ। ਸੁਨ ਸੈਨਪਤੀ ਕੇ ਬਾਤ ਵੀਰ, ਫਿਰ ਗਏ ਅਗਰ ਲੈ ਘੇਰ ਧੀਰ। ਤੇ ਇਹ ਫੌਜਾਂ ਦਾ ਸੈਨਾਪਤੀ ਸੀ ਮੁਹੰਮਦ ਖਾਂ। ਜਦੋਂ ਮੁਹੰਮਦ ਖਾਂ ਦੀ ਗੱਲ ਸੁਣੀ ਤੇ ਉਸ ਵੇਲੇ ਕਹਿੰਦੇ ਇਹਦੀਆਂ ਫੌਜਾਂ, ਇਹਦੇ ਸੂਰਮੇ ਅੱਗੇ ਵਧੇ ਤੇ ਭਾਈ ਜੱਟੂ ਨੂੰ ਉਹਨਾਂ ਨੇ ਉਸ ਵੇਲੇ ਘੇਰਨਾ ਕੀਤਾ। ਜੱਟੂ ਨ ਤਰਾਸ ਚਿਤਨਕ ਕੀਨ, ਲਲਕਾਰ ਸੁਕਟ ਗਨ ਧੀਰ ਦੀਨ। ਤੇ ਕਹਿੰਦੇ ਫਿਰ ਉਸ ਵੇਲੇ ਭਾਈ ਜੱਟੂ ਦੇ ਅੰਦਰ ਤਨਕ ਕਹਿੰਦੇ ਥੋੜ੍ਹੀ ਜਿਹੀ ਵੀ ਤਰਾਸ, ਡਰ ਜਿਹੜਾ ਉਹ ਨਹੀਂ ਪੈਦਾ ਹੋਇਆ। ਭਾਈ ਜੱਟੂ ਨੂੰ ਉਸ ਵੇਲੇ ਸੂਰਮਿਆਂ ਨੇ ਵੀ ਧੀਰਜ ਦੇਣਾ ਕੀਤਾ ਤੇ ਜੱਟੂ ਜਿਹੜਾ ਸੀ ਬੜੀ ਬਹਾਦਰੀ ਨਾਲ ਲੜਦਾ ਰਿਹਾ, ਭਾਵੇਂ ਬਹੁਤ ਸਾਰੇ ਇਹ ਜਿਹੜੇ ਤੁਰਕ ਸਨ ਇਹਨਾਂ ਨੇ ਉਹਨੂੰ ਘੇਰਨਾ ਕੀਤਾ। ਇੱਕ ਬਾਰ ਮਾਰ ਗੁਲਕਾ ਗਿਰਾਏ, ਭਟ ਪਰੇ ਉਥਲ ਲਗ ਮਰਤ ਘਾਏ। ਤੇ ਕਹਿੰਦੇ ਇੱਕੋ ਵਾਰੀ ਇਹਨਾਂ ਤੁਰਕਾਂ ਨੇ ਬਹੁਤ ਗੋਲੀਆਂ ਇਕੱਠੀਆਂ ਚਲਾਈਆਂ ਤੇ ਬਹੁਤ ਸਾਰੇ ਸਤਿਗੁਰੂ ਜੀ ਦੇ ਸੂਰਮੇ ਉਹਨਾਂ ਦੇ ਨਾਲ ਮਰ ਕੇ ਧਰਤੀ ਤੇ ਡਿੱਗਦੇ ਨੇ। ਕਿਸ ਹੋਨ ਸੀਸ ਫੂਟਿਓ ਮਰੰਤ, ਕਿਸ ਕੇਰ ਬਦਨ ਗੁਲਕਾ ਫੁਰੰਤ। ਤੇ ਕਹਿੰਦੇ ਕਿਸੇ ਦਾ ਉਸ ਵੇਲੇ ਸਿਰ ਜਿਹੜਾ ਸੀ ਬੰਦੂਕਾਂ ਦੇ ਗੋਲੀਆਂ ਦੇ ਨਾਲ ਟੁੱਟ ਗਿਆ, ਕਿਸੇ ਦੇ ਬਾਂਹ ਦੇ ਉੱਤੇ ਗੋਲੀ ਲੱਗਦੀ, ਕਿਸੇ ਦੇ ਸਿਰ ਦੇ ਉੱਤੇ ਉਸ ਵੇਲੇ ਗੋਲੀ ਲੱਗਦੀ ਹੈ। ਕਿਸ ਰਿਦਾ ਵਿਦੀਰਨ ਕਰਤ ਭੂਮ, ਕਿਸ ਉਦਰ ਲਗੀ ਘਾਇਲ ਸੁਭੂਮ। ਕਹਿੰਦੇ ਕਿਸੇ ਦੇ ਛਾਤੀ ਦੇ ਵਿੱਚ ਗੋਲੀ ਲੱਗੀ, ਕਿਸੇ ਦੇ ਪੇਟ ਦੇ ਵਿੱਚ ਗੋਲੀ ਲੱਗੀ। ਕੋਈ ਧਰਤੀ ਤੇ ਦੁੱਖ ਦੇ ਕਾਰਨ ਕਰਕੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ। ਕਿਸ ਬਾਂਹ ਟੂਟ ਕਿਸ ਟਾਂਗ ਟੂਟ, ਬਹੁਤ ਉਪਕ ਛੋਰ ਦਲ ਅਧਿਕ ਛੂਟ। ਤੇ ਕਿਸੇ ਦੀ ਬਾਂਹ ਟੁੱਟ ਜਾਂਦੀ ਹੈ, ਕਿਸੇ ਦੀ ਲੱਤ ਟੁੱਟ ਜਾਂਦੀ ਹੈ। ਕੋਈ ਧਰਤੀ ਤੇ ਡਿੱਗਿਆ ਹੋਇਆ ਉੱਚੀ ਉੱਚੀ ਹਾਏ ਹਾਏ ਪੁਕਾਰਨਾ ਕਰਦਾ ਹੈ। ਇਹੋ ਜਿਹੀ ਉਸ ਵੇਲੇ ਮੈਦਾਨ ਦੇ ਵਿੱਚ ਹਾਲਤ ਬਣੀ। ਉਹ ਗਿਰੇ ਸਿੱਖ ਤੁਰਕਾਨ ਸੰਗ, ਕਿਤ ਮਰੇ ਪਰੇ ਦੀਰਗ ਤੁਰੰਗ। ਤੇ ਬਹੁਤ ਸਾਰੇ ਘੋੜੇ ਆਦਿਕ ਜਿਹੜੇ ਨੇ ਉਹ ਜੰਗ ਦੇ ਵਿੱਚ ਮਾਰੇ ਗਏ। ਕਿਤੇ ਸਿੱਖ ਜਿਹੜੇ ਨੇ ਉਹ ਵੀ ਸ਼ਹੀਦੀਆਂ ਪ੍ਰਾਪਤ ਕਰਕੇ ਧਰਤੀ ਤੇ ਡਿੱਗ ਪਏ। ਤੁਰਕ ਜਿਹੜੇ ਨੇ ਉਹ ਵੀ ਧਰਤੀ ਤੇ ਲੇਟੇ ਹੋਏ ਨਜ਼ਰ ਆਉਂਦੇ ਨੇ। ਕਿਤ ਹੂੰ ਭਜੰਤ ਛੂਛੇ ਪਲਾਨ, ਕਿਤ ਘਾਏ ਸਹਿਤ ਦਰੜੇ ਕੇ ਕਾਣ। ਤੇ ਕਹਿੰਦੇ ਛੂਛੇ ਖਾਲੀ ਘੋੜੇ ਜਿਹੜੇ ਸਨ ਉਹ ਇੱਧਰ ਉੱਧਰ ਦੌੜਦੇ ਫਿਰਦੇ ਨੇ। ਤੇ ਇਹਨਾਂ ਘੋੜਿਆਂ ਨੇ ਬਹੁਤ ਸਾਰੇ ਸੂਰਮੇ ਜਿਨ੍ਹਾਂ ਦੀ ਅਜੇ ਜਾਨ ਨਹੀਂ ਸੀ ਨਿਕਲੀ, ਜਿਨ੍ਹਾਂ ਦੇ ਅਜੇ ਸਰੀਰ ਦੇ ਵਿੱਚ ਸਵਾਸ ਸਨ, ਉਹਨਾਂ ਨੂੰ ਦਰੜ ਦਿੱਤਾ ਤੇ ਬਹੁਤ ਸਾਰੇ ਸੂਰਮਿਆਂ ਨੂੰ ਘੋੜਿਆਂ ਨੇ ਆਪਣੇ ਪੈਰਾਂ ਨਾਲ ਹੀ ਮਾਰਨਾ ਕੀਤਾ। ਜੱਟੂ ਸੁਕਿਰੀਤ ਬੜ ਕੀਨ ਜੁਦ, ਗਨ ਤੁਰਕ ਮਾਰ ਮਾਰਤ ਸੁਕ੍ਰਧ। ਤੇ ਭਾਈ ਜੱਟੂ ਨੇ ਉਸ ਵੇਲੇ ਬੜੀ ਬਹਾਦਰੀ ਦੇ ਨਾਲ ਜੰਗ ਲੜਿਆ ਤੇ ਬੜੀ ਬਹਾਦਰੀ ਦੇ ਨਾਲ ਬਹੁਤ ਸਾਰੇ ਤੁਰਕ ਜਿਹੜੇ ਅੱਗੇ ਵਧੇ, ਉਹਨਾਂ ਨੂੰ ਮਾਰਨਾ ਕੀਤਾ। ਪਿਖ ਜਥੇਦਾਰ ਕਲਿਆਣ ਨਾਮ, ਸੋ ਭਇਓ ਅਗਰ ਬੜ ਜੰਗ ਧਾਮ। ਤੇ ਕਹਿੰਦੇ ਜੋ ਜਥੇਦਾਰ ਭਾਈ ਕਲਿਆਣਾ ਸੀ ਨਾ, ਜਿਸ ਵੇਲੇ ਉਹਨੇ ਵੇਖਿਆ ਕਿ ਭਾਈ ਜੱਟੂ ਜਿਹੜਾ ਉਹ ਘੇਰਿਆ ਗਿਆ, ਬਹੁਤ ਸਾਰੇ ਉਹਨੂੰ ਗੋਲੀਆਂ ਲੱਗੀਆਂ, ਉਸ ਵੇਲੇ ਫਿਰ ਭਾਈ ਕਲਿਆਣਾ ਜਿਹੜਾ ਸੀ ਆਪਣੀਆਂ ਫੌਜਾਂ ਲੈ ਕੇ ਅੱਗੇ ਜੰਗ ਕਰਨ ਵਾਸਤੇ ਵੱਧਦਾ। ਤੁਪ ਕੰਤੜਾਕ ਬੋ ਛੋਰ ਛੋਰ, ਹੱਥ ਕਰੇ ਤੁਰਕ ਤਨ ਫੋਰ ਫੋਰ। ਤੇ ਫਿਰ ਉਸ ਵੇਲੇ ਭਾਈ ਕਲਿਆਣਾ ਨੇ ਕਹਿੰਦੇ ਬੰਦੂਕਾਂ ਦੀਆਂ ਗੋਲੀਆਂ ਚਲਾ ਕੇ ਬਹੁਤ ਸਾਰੇ ਤੁਰਕ ਮਾਰਨੇ ਕੀਤੇ ਤੇ ਆਪ ਅੱਗੇ ਵੱਧ ਕੇ ਉਸ ਵੇਲੇ ਜੰਗ ਇਹਨਾਂ ਤੁਰਕਾਂ ਦੇ ਨਾਲ ਕਰਨਾ ਕੀਤਾ। ਜੋ ਹੁਤੇ ਅਗਰ ਕੁਛ ਮਾਰ ਦੀਨ, ਕੁਛ ਚਲੇ ਭਾਜ ਉਰ ਤਰਾਸ ਲੀਨ। ਤੇ ਭਾਈ ਕਲਿਆਣਾ ਜੀ ਜਿਹੜੇ ਸਨ, ਇਹਨਾਂ ਦੇ ਜਿਹੜੇ ਸਾਹਮਣੇ ਸਨ ਕੁਛ ਤੇ ਬੰਦੂਕਾਂ ਦੀਆਂ ਗੋਲੀਆਂ ਨਾਲ ਮਾਰ ਦਿੱਤੇ। ਜਦੋਂ ਉਹਨਾਂ ਵੇਖਿਆ ਕਿ ਸਿੱਖ ਬੜੀ ਬਹਾਦਰੀ ਦੇ ਨਾਲ ਲੜਦੇ ਨੇ
ਭਾਵੇਂ ਇਹਨਾਂ ਦੀ ਗਿਣਤੀ ਥੋੜ੍ਹੀ ਹੈ ਪਰ ਇਹਨਾਂ ਦੇ ਅੰਦਰ ਜੋਸ਼ ਬੜਾ ਹੈ, ਬੜੀ ਬਹਾਦਰੀ ਦੇ ਨਾਲ ਲੜਦੇ ਨੇ। ਕਹਿੰਦੇ ਬਹੁਤ ਸਾਰੇ ਤੁਰਕ ਜਿਹੜੇ ਸਨ ਮੈਦਾਨ ਛੱਡ ਕੇ ਦੌੜ ਪੈਂਦੇ ਨੇ। ਕਰ ਹਲਾਹੂਲ ਰੋਕੇ ਪ੍ਰਚੰਡ ਫਿਰ ਹਟੈ ਵੀਰ ਫੋਰੰਤ ਤੁੰਡ। ਤੇ ਕਹਿੰਦੇ ਉਸ ਵੇਲੇ ਹਲਾਹੂਲ ਕਰਕੇ ਨਾ ਇਹਨਾਂ ਤੁਰਕਾਂ ਨੇ ਉਸ ਵੇਲੇ ਰੋਕਣਾ ਕੀਤਾ ਜਿਹੜੇ ਦੌੜਦੇ ਸਨ, ਤੇ ਫਿਰ ਇਹਨਾਂ ਨੇ ਭਾਈ ਕਲਿਆਣੇ ਦੇ ਨਾਲ ਜੰਗ ਕਰਨਾ ਕੀਤਾ। ਤੁਰਕਾਨ ਸੈਨ ਸਭ ਮੋਰ ਦੀਨ ਰਿਸ ਪਰੇ ਸੁਭਟ ਰਣ ਅਧਿਕ ਕੀਨ। ਤੇ ਸਤਿਗੁਰੂ ਜੀ ਦੇ ਸੂਰਮਿਆਂ ਨੇ ਇਹਨੇ ਉਸ ਵੇਲੇ ਵੀਰ ਰਸ ਦੇ ਵਿੱਚ ਆ ਕੇ ਇੰਨੀ ਬਹਾਦਰੀ ਦੇ ਨਾਲ ਜੰਗ ਲੜਨਾ ਕੀਤਾ। ਬੇਸ਼ੱਕ ਤੁਰਕਾਂ ਦੀਆਂ ਫੌਜਾਂ ਜ਼ਿਆਦੀਆਂ ਸਨ, ਉਹਨਾਂ ਦੇ ਮੂੰਹ ਮੋੜ ਦਿੱਤੇ ਸਤਿਗੁਰੂ ਜੀ ਦੇ ਸੂਰਮਿਆਂ ਨੇ। ਸਵਈਆ ਬੈਰਮ ਖਾਨ ਮਮ ਕੋਪ ਭਇਓ ਲਗ ਬਾਹਨੀ ਤੇ ਕਿਮ ਤਰਾਸ ਕੋ ਧਾਰੇ। ਕਹਿੰਦੇ ਜਿਸ ਵੇਲੇ ਬੈਰਮ ਖਾਨ ਨੇ ਵੇਖਿਆ ਕਿ ਸਤਿਗੁਰੂ ਜੀ ਦੇ ਕੋਲ ਫੌਜਾਂ ਕੋਈ ਇੰਨੀਆਂ ਜ਼ਿਆਦੀਆਂ ਨਹੀਂ, ਪਰ ਜਿਹੜੇ ਤੁਰਕ ਨੇ ਇਹਨਾਂ ਦੇ ਅੰਦਰ ਬੜਾ ਡਰ ਪੈਦਾ ਹੋ ਗਿਆ। ਜਦੋਂ ਇਹ ਗੱਲ ਬੈਰਮ ਖਾਨ ਨੇ ਵੇਖਣੀ ਕੀਤੀ, ਜੰਗਨ ਸੰਗ ਕਰੋ ਹਟ ਕੇ ਇੱਕ ਬਾਰਤ ਫੰਗਨ ਛੋਰ ਹੋ ਸਾਰੇ। ਤੇ ਬੈਰਮ ਖਾਨ ਉਸ ਵੇਲੇ ਆਪਣੇ ਸੂਰਮਿਆਂ ਨੂੰ ਇਹ ਗੱਲ ਕਹਿਣ ਲੱਗਿਆ ਕਿ ਕਹਿੰਦੇ ਜੰਗ ਜਿਹੜੀ ਹੈ ਨਾ ਬਿਨਾਂ ਕਿਸੇ ਡਰ ਤੋਂ ਕਰਨਾ ਕਰੋ, ਅੱਗੇ ਵੱਧ ਕੇ ਕਰਨਾ ਕਰੋ। ਕਹਿਣ ਲੱਗਿਆ ਕਿ ਇੱਕੋ ਵਾਰੀ ਬਹੁਤ ਸਾਰੀਆਂ ਬੰਦੂਕਾਂ ਦੀਆਂ ਇਕੱਠੀਆਂ ਗੋਲੀਆਂ ਚਲਾ ਕੇ ਤੇ ਫਿਰ ਜੰਗ ਸ਼ੁਰੂ ਕਰਨਾ ਕਰੋ। ਦੌਰ ਪਰੇ ਗੁਰ ਸੈਨ ਕੇ ਊਪਰ ਯੋ ਗੁਲ ਕਾ ਬਰਖੀ ਤਿਸ ਬਾਰੇ। ਤੇ ਬੈਰਮ ਖਾਨ ਆਪਣੀਆਂ ਫੌਜਾਂ ਨੂੰ ਲੈ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਫੌਜਾਂ ਦੇ ਉੱਤੇ ਟੁੱਟ ਪਿਆ। ਤੇ ਉਸ ਵੇਲੇ ਇਹਨੇ ਬੜੇ ਉਸ ਵੇਲੇ ਕ੍ਰੋਧ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਬਹੁਤ ਬੰਦੂਕਾਂ ਦੀਆਂ ਗੋਲੀਆਂ ਦੇ ਵਾਰ ਕਰਨੇ ਕੀਤੇ। ਚੇਤ ਮੈਂ ਬਾਰਦ ਘੋਰ ਕੈ ਧਾਇਓ ਵੇਗ ਕਰੇ ਕਰ ਕਾਕਨ ਡਾਰੇ। ਕਹਿੰਦੇ ਜਿਵੇਂ ਚੇਤਰ ਦੇ ਮਹੀਨੇ ਦੇ ਵਿੱਚ ਬੜਾ ਕਾਲਾ ਬੱਦਲ ਜਿਹੜਾ ਘਟਾਂ ਚੜੀਆਂ ਹੋਣ, ਤੇ ਜਿਸ ਵੇਲੇ ਬਰਸਾਤ ਪਵੇ ਉਹਦੇ ਵਿੱਚ ਔਲਿਆਂ ਦੀ ਗੜਿਆਂ ਦੀ ਮਾਰ ਹੋਵੇ, ਕਹਿੰਦੇ ਇਸੇ ਤਰ੍ਹਾਂ ਦੀ ਮਾਰ ਉਸ ਵੇਲੇ ਇਹਨੇ ਬੈਰਮ ਖਾਨ ਨੇ ਕਰਨੀ ਕੀਤੀ। ਬੈਰਮ ਖਾਨ ਪਰਿਓ ਜਬ ਆਏ ਕੈ ਸ਼੍ਰੀ ਗੁਰੂ ਕੇ ਭਟ ਕ੍ਰੋਧ ਭਾਰੇ। ਤੇ ਜਦੋਂ ਬੈਰਮ ਖਾਨ ਬੜੇ ਕ੍ਰੋਧ ਦੇ ਵਿੱਚ, ਗੁੱਸੇ ਦੇ ਵਿੱਚ ਅੱਗੇ ਵਧਿਆ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜਿਹੜੇ ਪਿਆਰ ਵਾਲੇ ਸੂਰਮੇ ਸਨ, ਇਹਨਾਂ ਨੇ ਵੀ ਡਟ ਕੇ ਇਹਦਾ ਮੁਕਾਬਲਾ ਕਰਨਾ ਕੀਤਾ। ਨੀਰ ਕਰਿਓ ਗੈ ਤੋਮਰ ਤੀਰਨ ਮਾਰਤ ਬੋਲਨ ਕੇ ਲਲਕਾਰੇ। ਕਹਿੰਦੇ ਉਸ ਵੇਲੇ ਬੰਦੂਕਾਂ ਦੀਆਂ ਗੋਲੀਆਂ ਚੱਲਦਿਆਂ ਸੂਰਮੇ ਨੇੜੇ ਹੁੰਦੇ ਨੇ, ਤੇ ਉਸ ਤੋਂ ਬਾਅਦ ਫਿਰ ਹੱਥੋਂ ਹੱਥੀ ਜੰਗ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਜੋ ਤੁਰਕਾਨ ਕੀ ਸੈਨ ਬਦੀ ਬਦ ਕੀਨ ਸਭੀ ਹੈ ਤੇ ਧਰ ਟਾਰੇ। ਤੇ ਜਿੰਨੀਆਂ ਤੁਰਕਾਂ ਦੀਆਂ ਫੌਜਾਂ ਅੱਗੇ ਵਧੀਆਂ ਸਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੂਰਮੇ ਜੋ ਭਾਈ ਕਲਿਆਣਾ ਆਦਿਕ ਸਨ, ਇਹਨਾਂ ਨੇ ਸਭ ਨੂੰ ਉਸ ਵੇਲੇ ਘੋੜਿਆਂ ਤੋਂ ਥੱਲੇ ਡਿੱਗਣਾ ਕੀਤਾ, ਘੋੜਿਆਂ ਤੋਂ ਥੱਲੇ ਉਤਾਰਨਾ ਕੀਤਾ। ਜੋ ਥਲੇ ਰਣਬੀਰ ਗਿਰੇ ਜਿਮ ਗਾਜ ਤੇ ਦੀ ਸਮੂਹ ਮਨਾਰੇ। ਕਹਿੰਦੇ ਉਸ ਵੇਲੇ ਇਹ ਜਿਹੜੇ ਤੁਰਕ ਸਨ ਘੋੜਿਆਂ ਤੋਂ ਇਸ ਤਰ੍ਹਾਂ ਡਿੱਗਦੇ ਨੇ ਜਿਵੇਂ ਕਹਿੰਦੇ ਵੱਡੇ ਵੱਡੇ ਮਨਾਰੇ ਜਿਹੜੇ ਨੇ ਉਹ ਡਿੱਗ ਜਾਣ। ਕਹਿੰਦੇ ਇਸ ਤਰ੍ਹਾਂ ਉਹ ਘੋੜਿਆਂ ਤੋਂ ਇਹ ਸੂਰਮੇ ਡਿੱਗਦੇ ਹੋਏ ਨਜ਼ਰ ਆਉਂਦੇ ਨੇ। ਟੂਟ ਕੇ ਜੂਟਤ ਫੰਗਨ ਛੂਟਤ ਫੇਰ ਅਰੇ ਕਰਵਾਰ ਨਿਕਾਰੇ। ਤੇ ਜਿਸ ਵੇਲੇ ਕਹਿੰਦੇ ਬੰਦੂਕਾਂ ਦੀਆਂ ਗੋਲੀਆਂ ਚਲਾ ਕੇ ਸੂਰਮੇ ਨੇੜੇ ਹੋ ਗਏ, ਤੇ ਤਲਵਾਰਾਂ ਇਹਨਾਂ ਨੇ ਮਿਆਨਾਂ ਦੇ ਵਿੱਚੋਂ ਖਿੱਚਣੀਆਂ ਕੀਤੀਆਂ। ਤਲਵਾਰਾਂ ਲੈ ਕੇ ਇੱਕ ਦੂਜੇ ਦੇ ਉੱਤੇ ਹੱਥੋਂ ਹੱਥੀ ਇਹਨਾਂ ਨੇ ਵਾਰ ਕਰਨੇ ਕੀਤੇ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੂਰਮੇ ਇਹ ਰੋਹਿਲੇ ਨਗਰ ਦੇ ਵਿੱਚ ਇਹ ਜਿਹੜਾ ਅਬਦੁਲ ਖਾਂ ਫੌਜਾਂ ਲੈ ਕੇ ਆਇਆ, ਇਹਦੇ ਨਾਲ ਮੁਕਾਬਲਾ ਕਰਦੇ ਨੇ। ਸੋ ਪਾਵਨ ਜਸ ਕੱਲ੍ਹ ਦੇ ਪ੍ਰਸੰਗ ਦੇ ਵੀ ਸਰਵਣ ਕਰਾਂਗੇ। ਆਪ ਜੀ ਦੇ ਨਾਲ ਵਿਚਾਰਾਂ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾफ़ ਕਰਨੀਆਂ। ਸੰਗਤ ਤੇ ਗੁਰੂ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਬਿਨਾਸੀ ਅਗਨਾਸ ਏ ਪੂਜਨ ਹੈ ਸਰਬ ਮੈਂ ਪੰਜਨ ਗੁਣਦਾਸ ਏ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਮੇਤ ਏ ਗੋਬਿੰਦ ਏ ਗੁਣ ਵਿਕਾਰ।